जेही रुत काया सुख तेहा तेहो जेही देही नानक रुत सुहावी साई बिन नावै रुत केही। रुतां दा समय दा मनुखी सरीर उपर मनुखी मन उपर डूंगा प्रभाव पैंदा है, ऐसा बाणी बयान करदी है। यह भी सच है कि सब तो भली रुत उही रुत है जिस रुत विच प्रभु चेते आवे, प्रभु दा नाम चेते आवे। रुतां दी परिवर्तन दी बात, समय दे परिवर्तन दी बात साहिब श्री गुरु अर्जन देव जी ने राग माझ विच उचारी हुई बाणी श्री 12 माह विच कीती है। अज संग्रांद है, आओ पहला सरवण करदे हां श्री 12 माह माझ विचों इस महीने दा पाठ ते व्याख्या। पाठ ते व्याख्या कीती है ज्ञानी संत सिंह मस्कीन होरा। सावण तरसी कामणी चरण कमल स्यों प्यार, मन तन रता सच रंग इको नाम आधार। बिख्या रंग कुड़ाव्या दिसन सबे छार, हर अमृत बूंद सुहावनी मिल साधु पीवण हार। वण तृण प्रभ संग मौलिया समरत पुरख अपार। हर मिलने नु मन लोचदा करम मिलावण हार। जिनी सखिए प्रभ पाया हऊँ तिनके सद बलहार। नानक हर जी माया कर शब्द सवारण हार। सावण तिना सुहागणी जिन राम नाम उरहार। सावण ਦਾ ਮਹੀਨਾ ਔਰ ਬੜਾ ਸੁਹਾਵਣਾ ਮਹੀਨਾ। ਸਾਡੇ ਦੇਸ਼ ਦੇ ਕਵੀਆਂ ਨੇ, ਸ਼ਾਇਰ ਲੋਕਾਂ ਨੇ ਇਸ ਮਹੀਨੇ ਨੂੰ ਆਪਣੀ ਸ਼ਾਇਰੀ ਵਿੱਚ ਖਾਸ ਥਾਂ ਦਿੱਤੀ ਹੈ। ਅਧਿਆਤਮਕ ਰਸੀਆਂ ਨੂੰ ਵੀ ਇਹ ਮਹੀਨਾ ਬੜਾ ਸੁਹਾਵਣਾ ਪ੍ਰਤੀਤ ਹੋਇਆ ਹੈ। ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਵਣ ਦੇ ਵਿੱਚ ਕਾਮਣੀ ਇਹ ਜੀਵ ਰੂਪੀ ਇਸਤਰੀ ਪ੍ਰਸੰਨ ਹੋਈ, ਖਿੜ ਗਈ, ਕਿਉਂਕਿ ਪ੍ਰਮਾਤਮਾ ਦੇ ਚਰਨ ਕਮਲਾਂ ਦਾ ਪਿਆਰ ਪੈਦਾ ਹੋ ਗਿਆ। ਸਮਝ ਪੈ ਗਈ ਕਿ ਸਾਰੇ ਸੰਸਾਰ ਦੇ ਰੰਗ ਕੁੜਾਵੇ ਨੇ, ਝੂਠੇ ਨੇ। ਇਸ ਵਾਸਤੇ ਮਨ ਤਨ ਦੇ ਵਿੱਚ ਉਸ ਪ੍ਰਮਾਤਮਾ ਦਾ ਇੱਕ ਰੰਗ ਸਮਾ ਗਿਆ। ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ। ਸਾਰੇ ਹੀ ਸੰਸਾਰ ਦੇ ਰੰਗ ਰਸ ਉਹਨੂੰ ਮਿੱਟੀ ਹੁੰਦੇ ਦਿਖਾਈ ਦੇ ਪਏ, ਕਿਉਂਕਿ ਉਸ ਨੂੰ ਸਮਝ ਆ ਗਈ ਕਿ ਹਰੀ ਦੇ ਚਰਨ ਹੀ ਸਦੀਵੀ ਆਨੰਦ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਪਰਮਾਤਮਾ ਦੇ ਨਾਮ ਦੀ ਅੰਮ੍ਰਿਤਮਈ ਬੂੰਦ ਅਤਿਅੰਤ ਸੁਹਾਵਣੀ ਹੈ, ਪਰ ਇਹ ਪ੍ਰਾਪਤ ਕਿੱਥੋਂ ਹੋਵੇਗੀ? ਸਾਧੂ ਰੂਪੀ ਬੱਦਲ ਕੋਲੋਂ, ਗੁਰੂ ਰੂਪੀ ਬੱਦਲ ਕੋਲੋਂ। ਕਹਿੰਦੇ ਨੇ ਸੂਰਜ ਜਦ ਰਹਿਮਤ ਦੇ ਘਰ ਵਿੱਚ ਆਉਂਦਾ ਹੈ ਤਾਂ ਆਪਣੀ ਕਿਰਨਾਂ ਦਾ ਜਾਲ ਪਸਾਰਦਾ ਹੈ ਤਾਂ ਕਿ ਬ੍ਰਹਿਮੰਡ ਨੂੰ ਰੋਸ਼ਨੀ ਮਿਲ ਸਕੇ, ਚਾਨਣਾ ਮਿਲ ਸਕੇ। ਤਪਦੀ ਹੋਈ ਸੜੀ ਹੋਈ ਧਰਤੀ ਨੂੰ ਵੇਖ ਕੇ ਜਦ ਸਾਗਰ ਰਹਿਮਤ ਦੇ ਘਰ ਵਿੱਚ ਆਉਂਦਾ ਹੈ ਤਾਂ ਫਿਰ ਉਹ ਬੱਦਲ ਬਣਦਾ ਹੈ ਤੇ ਥਾਂ ਥਾਂ ਤੇ ਬਰਸਦਾ ਹੈ। ਸੁੱਕੀ ਸੜੀ ਧਰਤੀ ਨੂੰ ਸਰਸਬਜ਼ ਕਰ ਦਿੰਦਾ ਹੈ, ਸ਼ਾਦਾਬ ਕਰ ਦਿੰਦਾ ਹੈ। ਸੁੱਕੇ ਦਰਿਆ ਚੱਲ ਪੈਂਦੇ ਨੇ, ਸੁੱਕੇ ਛੱਪੜ ਭਰ ਜਾਂਦੇ ਨੇ। ਗੁਰੂ ਨੂੰ ਬੱਦਲ ਨਾਲ ਇਸ ਵਾਸਤੇ ਭਗਤ ਕਬੀਰ ਵੀ ਤਸ਼ਬੀਹ ਦਿੰਦੇ ਨੇ। ਕਬੀਰ ਅੰਬਰ ਘਨ ਹਰ ਛਾਇਆ ਬਰਖ ਭਰੇ ਸਰਤਾਲ। ਚਾਤ੍ਰਿਕ ਜਿਉ ਤਰਸਤ ਰਹੇ ਤਿਨ ਕੋ ਕੌਣ ਹਵਾਲ। ਭਈ ਆਸਮਾਨ ਤੇ ਬੱਦਲ ਛਾਏ ਨੇ, ਚਾਰੋਂ ਪਾਸੇ ਬਰਸ ਰਹੇ ਨੇ, ਪਰ ਹੇ ਮਨੁੱਖ ਤੂੰ ਸਰਸਬਜ਼ ਹੋ ਜਾ, ਇਸ ਬੂੰਦ ਨੂੰ ਚੱਖ ਕੇ ਤ੍ਰਿਪਤ ਹੋ ਜਾ। ਬਰਖਾ ਹੋ ਰਹੀ ਹੈ, ਰੱਜ ਕੇ ਹੋ ਰਹੀ ਹੈ। ਇਕਬਾਲ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੱਦਲ ਨਾਲ ਤਸ਼ਬੀਹ ਦਿੱਤੀ ਹੈ।
ਔਰ ਆਪ ਕਹਿੰਦੇ ਨੇ ਬੱਦਲ ਬਰਸਦੇ ਤੇ ਨੇ, ਪਰ ਬੰਜਰ ਜ਼ਮੀਨਾਂ, ਪਥਰੇਲੀ ਜ਼ਮੀਨਾਂ ਇਸ ਬਰਖਾ ਦੀ ਬੂੰਝਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ, ਸਰਸਬਜ਼ ਨਹੀਂ ਆਉਂਦੀਆਂ। ਸ਼ਮਾ ਹਕ ਸੇ ਜੋ ਮੁਨੱਵਰ ਹੋ, वो ये महफिल न थी, बारिश रहमत हुई पर जमी काबिल न थी। तो सूरज जद रहमत दे घर ਦੇ ਚ ਆਉਂਦਾ ਹੈ, ਕਿਰਨਾਂ ਦੇ ਰਾਹੀਂ ਸੰਸਾਰ ਨੂੰ ਰੋਸ਼ਨੀ ਦਿੰਦਾ ਹੈ। ਸਾਗਰ ਜਦ ਰਹਿਮਤ ਦੇ ਘਰ ਦੇ ਚ ਆਉਂਦਾ ਹੈ, ਤਾਂ ਬਦਲਾਂ ਦੇ ਰਾਹੀਂ ਬਰਖਾ ਕਰਦਾ ਹੈ। ਪਰਮਾਤਮਾ ਜਦ ਜੀਵਾਂ ਤੇ ਤਰਸ ਕਰਦਾ ਹੈ, ਤਾਂ ਪਰਮਾਤਮਾ ਹੀ ਗੁਰੂ ਬਣਦਾ ਹੈ। ਆਪ ਨਾਰਾਇਣ ਕਲਾ ਆਧਾਰ, ਜਗ ਮੈਂ ਪਰਵਰਿਓ, ਉਹੀ ਕੋਈ ਕਿਰਨ ਭੇਜਦਾ ਹੈ, ਉਹੀ ਕੋਈ ਬੱਦਲ ਭੇਜਦਾ ਹੈ। ਤੋ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੀ ਜਿਹੜੀ ਅੰਮ੍ਰਿਤਮਈ ਬੂੰਦ ਹੈ, ਉਹ ਤੇ ਸਾਧੂ ਨੂੰ ਮਿਲ ਕੇ ਹੀ ਪੀਤੀ ਜਾ ਸਕਦੀ ਹੈ। ਵਣ ਤ੍ਰਿਣ ਪ੍ਰਭ ਸੰਗ ਮਉ ਲਿਆ, ਸਮਰਤ ਪੁਰਖ ਅਪਾਰ। ਜਿਸ ਤਰ੍ਹਾਂ ਸਾਵਣ ਦੀ ਬਰਖਾ ਦੇ ਨਾਲ ਸਮੁੱਚੀ ਧਰਤੀ ਮੌਲ ਉੱਠਦੀ ਹੈ, ਪਰਮਾਤਮਾ ਦੇ ਨਾਮ ਦੇ ਨਾਲ, ਉਹਦੇ ਜਾਪ ਦੇ ਨਾਲ ਮਨ ਤੇ ਤਨ ਮੌਲਿਆ ਜਾਂਦਾ ਹੈ, ਔਰ ਅੰਦਰ ਰੋਮ ਰੋਮ ਖਿੜ ਉੱਠਦਾ ਹੈ। ਸਮਰੱਥ ਪੁਰਖ ਅਪਾਰ, ਉਹ ਪਰਿਪੂਰਨ ਪਰਮਾਤਮਾ ਐਸਾ ਸਮਰੱਥ ਹੈ, ਪੂਰਨ ਹੈ, ਤੇ ਮਨ ਬਾਣੀ ਬੁੱਧ ਤੋਂ ਪਰੇ ਹੈ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਐਸੇ ਹਰੀ ਨੂੰ ਮਿਲਣ ਵਾਸਤੇ ਮਨ ਲੋਚਦਾ ਹੈ, ਮਨ ਤੜਪਦਾ ਹੈ, ਪਰ ਉਸ ਦੀ ਬਖਸ਼ਿਸ਼ ਹੀ ਮਿਲਾ ਸਕਦੀ ਹੈ। ਜਿਨੀ ਸਖੀਏ ਪ੍ਰਭ ਪਾਇਆ, ਹਾਂ ਤਿਨ ਕੇ ਸਦ ਬਲਹਾਰ। ਜਿਨ੍ਹਾਂ ਨੇ ਐਸੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ, ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ, ਬਲਹਾਰ ਜਾਂਦੇ ਹਾਂ। ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ। ਹੇ ਪ੍ਰਭੂ, ਨਾਨਕ ਤੇ ਰਹਿਮਤ ਕਰੋ, ਬਖਸ਼ਿਸ਼ ਕਰੋ। ਤੇਰੇ ਸ਼ਬਦ ਦੁਆਰਾ ਮੈਂ ਜੀਵਨ ਨੂੰ ਸਵਾਰ ਸਕਾਂ। ਤੂੰ ਇਸ ਤਰ੍ਹਾਂ ਦੀ ਸਮਰੱਥਾ ਦੇ। ਸਾਵਣ ਤੇ ਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਸੁਹਾਵਣ ਦਾ ਮਹੀਨਾ ਉਹਨਾਂ ਵਾਸਤੇ ਹੀ ਸੁਹਾਗ ਭਰਿਆ ਹੈ, ਸੁੱਖਾਂ ਦੇ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਦੇ ਗਲੇ ਵਿੱਚ ਰਾਮ ਨਾਮ ਦਾ ਹਾਰ ਹੈ। ਭਾਵ ਜੋ ਪ੍ਰਮਾਤਮਾ ਦਾ ਨਾਮ ਜਪ ਰਹੇ ਨੇ, ਕੰਠ ਦੇ ਵਿੱਚ ਜਿਨ੍ਹਾਂ ਦੇ ਈਸ਼ਵਰ ਦਾ ਨਾਮ ਹੈ। ਆਪ ਜੀ ਸਰਵਣ ਕਰ ਰਹੇ ਸੋ ਸ਼੍ਰੀ 12 ਮਾਮਾਜ ਵਿੱਚੋਂ ਇਸ ਮਹੀਨੇ ਦਾ ਪਾਠ ਤੇ ਵਿਆਖਿਆ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ। ਗੁਰਬਾਣੀ ਵਿੱਚ ਅਕਾਲ ਪੁਰਖ ਪ੍ਰਭੂ ਨੂੰ ਮੇਘ ਦੀ ਤਸ਼ਬੀਹ ਦਿੱਤੀ ਗਈ ਹੈ। ਉਹ ਅਕਾਲ ਪੁਰਖ ਦਿਆਲੂ ਹੈ। ਉਹ ਜਦੋਂ ਮਿਹਰਾਂ ਦੀ, ਰਹਿਮਤ ਦੀ ਵਰਖਾ ਕਰਦਾ ਹੈ ਤਾਂ ਮਨ ਮੌਲਿਆ ਜਾਂਦਾ ਹੈ। ਪਰਮਾਤਮਾ ਦੇ ਨਾਮ ਜਲਦੀ ਅੰਮ੍ਰਿਤ ਰੂਪੀ ਵਰਖਾ ਦੇ ਨਾਲ ਜੀਵ ਰੂਪੀ ਇਸਤਰੀ ਦੇ ਭਾਗ ਜਾਗ ਪੈਂਦੇ ਨੇ। ਰਾਗ ਮਲਹਾਰ ਵਿੱਚ ਉਚਾਰਿਤ ਇੱਕ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਐਸੀ ਹੀ ਅਵਸਥਾ ਦਾ ਵਰਣਨ ਕਰਦੇ ਨੇ। ਬਰਸ ਸਰਸ ਆ ਗਿਆ, ਹੋਏ ਆਨੰਦ ਸਗਲ ਭਾਗ। ਇਸ ਸ਼ਬਦ ਦਾ ਗਾਇਨ ਕੀਤਾ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ। ਬਰਸ ਸਰਸ ਆ ਗਿਆ, ਬਰਸ ਸਰਸ ਆ ਗਿਆ, ਹੋ ਆਨੰਦ ਸਗਲ ਭਾਗ, ਹੋ ਆਨੰਦ ਸਗਲ ਭਾਗ। ਬਰਸ ਸਰਸ ਆ ਗਿਆ, ਬਰਸ ਸਰਸ ਆ ਗਿਆ, ਹੋ ਆਨੰਦ ਸਗਲ ਭਾਗ, ਹੋ ਆਨੰਦ ਸਗਲ ਭਾਗ। ਸੰਤ ਸੰਗ ਮਨ ਪਰ ਫੜੈ, ਸੰਤ ਸੰਗ ਮਨ ਪਰ ਫੜੈ, ਮਿਲ ਮੇਘ ਤਰ ਸੁਹਾਗ, ਮਿਲ ਮੇਘ ਤਰ ਸੁਹਾਗ। ਬਰਸ ਸਰਸ ਆ ਗਿਆ, ਬਰਸ ਸਰਸ ਆ ਗਿਆ, ਹੋ ਆਨੰਦ ਸਗਲ ਭਾਗ, ਹੋ ਆਨੰਦ ਸਗਲ ਭਾਗ। ਬਰਸ ਸਰਸ ਆ ਗਿਆ, ਬਰਸ ਸਰਸ ਆ ਗਿਆ, ਬਰਸ ਸਰਸ ਆ ਗਿਆ। ਕਨ ਘੋਰ ਪ੍ਰੀਤ ਮੋਰ,
ਚਾਤ੍ਰਿਕ ਬੂੰਦ ਔਰ ਚਿਤ ਚਾਤ੍ਰਿਕ ਬੂੰਦ ਔਰ ਕਨ ਘੋਰ ਪ੍ਰੀਤ ਮੋਰ ਕਨ ਘੋਰ ਪ੍ਰੀਤ ਮੋਰ ਚਿਤ ਚਾਤ੍ਰਿਕ ਬੂੰਦ ਔਰ ਚਿਤ ਚਾਤ੍ਰਿਕ ਬੂੰਦ ਔਰ ਕਨ ਘੋਰ ਪ੍ਰੀਤ ਮੋਰ ਕਨ ਘੋਰ ਪ੍ਰੀਤ ਮੋਰ ਐਸੋ ਹਰ ਸੰਗੇ ਮਨ ਮੋਹ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਤੋ ਤਿਆਗ ਮਾਇਆ ਤੋ ਕਨ ਘੋਰ ਪ੍ਰੀਤ ਮੋਰ ਕਨ ਘੋਰ ਪ੍ਰੀਤ ਮੋਰ ਚਿਤ ਚਾਤ੍ਰਿਕ ਬੂੰਦ ਔਰ ਚਿਤ ਚਾਤ੍ਰਿਕ ਬੂੰਦ ਔਰ ਕਨ ਘੋਰ ਪ੍ਰੀਤ ਮੋਰ ਕਨ ਘੋਰ ਪ੍ਰੀਤ ਮੋਰ ਮਿਲ ਸੰਤ ਨਾਨਕ ਜਾਗਿਆ ਮਿਲ ਸੰਤ ਨਾਨਕ ਜਾਗਿਆ ਮਿਲ ਸੰਤ ਨਾਨਕ ਮਿਲ ਸੰਤ ਨਾਨਕ ਮਿਲ ਸੰਤ ਨਾਨਕ ਬਰਸ ਸਰਸ ਆ ਗਿਆ ਬਰਸ ਸਰਸ ਆ ਗਿਆ ਓ ਆਨੰਦ ਸਗਲ ਭਾਗ ਓ ਆਨੰਦ ਸਗਲ ਭਾਗ ਸੰਤ ਸੰਗੇ ਮਨ ਪਰ ਪੜੇ ਸੰਤ ਸੰਗੇ ਮਨ ਪਰ ਪੜੇ ਮਿਲ ਮੇਘ ਤਰ ਸੁਹਾਗ ਮਿਲ ਮੇਘ ਤਰ ਸੁਹਾਗ ਬਰਸ ਸਰਸ ਆ ਗਿਆ ਬਰਸ ਸਰਸ ਆ ਗਿਆ ਬਰਸ ਸਰਸ ਬਰਸ ਸਰਸ ਬਰਸ ਸਰਸ ਆ बरस सरस आ गया ਹੋਏ ਆਨੰਦ ਸਗਲ ਭਾਗ। ਆਪ ਜੀ ਸਰਵਣ ਕਰ ਰਹੇ ਸੋ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਗਿਆ ਇਹ ਸ਼ਬਦ। ਅਕਾਲ ਪੁਰਖ ਪ੍ਰਭੂ ਦੀ ਆਗਿਆ ਦੇ ਵਿੱਚ, ਉਸ ਦੇ ਹੁਕਮ ਦੇ ਵਿੱਚ, ਉਸ ਦੀ ਰਜ਼ਾ ਵਿੱਚ ਰਹਿਣ ਵਾਲੇ ਉਸ ਦੇ ਪਿਆਰੇ ਜਨ ਆਨੰਦ ਦੀ ਅਵਸਥਾ ਵਿੱਚ ਵਿਚਰਦੇ ਨੇ। ਇਹ ਆਨੰਦ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਵੀ ਪ੍ਰਾਪਤ ਹੋ ਸਕਦਾ ਹੈ ਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੀਵਨ ਮੁਕਤ ਪਦਵੀ ਪ੍ਰਾਪਤ ਕਰਕੇ ਵੀ ਹੋ ਸਕਦਾ ਹੈ। ਇਤਿਹਾਸ ਗੁਰੂ ਸਾਹਿਬਾਨ ਤੇ ਗੁਰਸਿੱਖਾਂ ਦੀਆਂ ਸੂਰਬੀਰਤਾ ਭਰੀਆਂ ਸ਼ਹਾਦਤਾਂ ਦੇ ਜ਼ਿਕਰ ਨਾਲ ਭਰਪੂਰ ਹੈ, ਜਿਨ੍ਹਾਂ ਨੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਅਣਖ ਅਤੇ ਆਨ ਦੇ ਨਾਲ ਜੀਵਨ ਬਤੀਤ ਕਰਨ ਦੇ ਲਈ, ਮਜ਼ਲੂਮਾਂ ਦੀ ਰੱਖਿਆ ਦੇ ਲਈ ਜ਼ਬਰ ਦਾ ਟਾਕਰਾ ਸਬਰ ਨਾਲ ਕਰਦੇ ਹੋਏ ਸ਼ਹਾਦਤਾਂ ਦਿੱਤੀਆਂ। ਸ਼ਹਾਦਤ ਤੋਂ ਹੀ ਸ਼ਹੀਦ ਸ਼ਬਦ ਦੀ ਉਤਪਤੀ ਹੋਈ ਹੈ, ਜਿਸ ਨੂੰ ਅਨੇਕਾਂ ਸਿੰਘਾਂ ਨੇ ਅਮਲੀ ਰੂਪ ਪ੍ਰਦਾਨ ਕਰਕੇ ਅਦੁੱਤੀ ਮਿਸਾਲ ਕਾਇਮ ਕੀਤੀ। ਐਸੇ ਹੀ ਗੁਰਸਿੱਖ ਸਨ ਸ਼ਹੀਦ ਭਾਈ ਤਾਰੂ ਸਿੰਘ ਜੀ। ਭਾਈ ਗੁਰਦਾਸ ਜੀ ਸ਼ਹੀਦ ਅਤੇ ਉਸ ਦੇ ਗੁਣਾਂ ਦਾ ਵਰਣਨ ਵਾਰ ਦੀ ਪੌੜੀ ਵਿੱਚ ਕਰਦੇ ਨੇ। ਸੁਣਦੇ ਹਾਂ
ਗੁਰਪ੍ਰੀਤ ਸਿੰਘ ਨਿਆਮੀਆਂ ਹੋਰਾਂ ਪਾਸੋਂ ਵਾਰਤਾ। ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ। ਇਹ ਸ਼ਬਦ ਬਹੁਤ ਵੱਡੇ ਅਰਥ ਤੇ ਮਾਅਨੇ ਆਪਣੇ ਵਿੱਚ ਸਮੋਈ ਬੈਠਾ ਹੈ। ਅਰਬੀ ਭਾਸ਼ਾ ਦਾ ਇਹ ਸ਼ਬਦ ਸਿੱਖ ਪਰੰਪਰਾ ਨੇ ਇਸ ਤਰ੍ਹਾਂ ਅਪਣਾਇਆ ਹੈ ਕਿ ਇਹ ਇੱਕ ਸਿੱਖ ਧਰਮ ਦਾ ਹੀ ਸ਼ਬਦ ਹੋ ਕੇ ਰਹਿ ਗਿਆ ਹੈ। ਸਿੱਖ ਯੋਧਿਆਂ ਨੇ ਇਸ ਦੀ ਵਿਆਖਿਆ ਆਪਣੇ ਸਰੀਰ 'ਤੇ ਹੰਢਾ ਕੇ ਇੰਨੇ ਬਿਹਤਰੀਨ ਤੇ ਵਿਲੱਖਣ ਤਰੀਕੇ ਨਾਲ ਕੀਤੀ ਹੈ ਕਿ ਵਿਸ਼ਵ ਵਿੱਚ ਜਦੋਂ ਸ਼ਹੀਦੀ ਦੀ ਗੱਲ ਤੁਰਦੀ ਹੈ ਤਾਂ ਸਿੱਧਾ ਧਿਆਨ ਸਿੱਖਾਂ ਵੱਲ ਜਾਂਦਾ ਹੈ। ਸਿੱਖਾਂ ਵਿੱਚ ਸ਼ਹੀਦੀ ਦੀ ਇੱਕ ਵੱਖਰੀ ਪਰੰਪਰਾ ਹੈ। ਅਸਲ ਵਿੱਚ ਸ਼ਹੀਦੀ ਵਿੱਚੋਂ ਹੀ ਆਜ਼ਾਦੀ, ਵੱਖਰੀ ਜੀਵਨ ਜਾਚ, ਖੁਦ ਮੁਖਤਿਆਰੀ ਅਤੇ ਦੁਨਿਆਵੀ ਭੈ ਤੋਂ ਮੁਕਤ ਹੋ ਕੇ ਸਤਿਗੁਰੂ ਦੇ ਭੈ ਵਿੱਚ ਰਹਿੰਦਿਆਂ ਜੀਵਨ ਜਿਉਣ ਤੇ ਮੁਕਤ ਹੋਣ ਦੀ ਪਰੰਪਰਾ ਨਿਕਲਦੀ ਹੈ। ਡਾਕਟਰ ਭਾਈ ਵੀਰ ਸਿੰਘ ਜੀ ਅਨੁਸਾਰ ਸ਼ਹੀਦ ਉਹ ਹੈ ਜੋ ਕਿ ਬਿਨਾਂ ਕਿਸੇ ਗਰਜ ਦੇ ਸਾਹਮਣੇ ਹੋ ਕੇ ਲੜੇ। ਸਾਡੇ ਪੁਰਾਤਨ ਸਿੰਘ ਹਮੇਸ਼ਾ ਹੀ ਦੂਜਿਆਂ ਦੀ ਆਜ਼ਾਦੀ ਤੇ ਹੱਕ ਦਿਵਾਉਣ ਲਈ ਸਾਹਮਣੇ ਹੋ ਕੇ ਲੜਦੇ ਰਹੇ ਹਨ। ਸ਼ਹੀਦ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੇਵਲ 2 ਵਾਰ ਆਇਆ ਹੈ। ਇੱਕ ਵਾਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਤੇ ਦੂਜੀ ਵਾਰ ਭਗਤ ਰਵਿਦਾਸ ਜੀ ਨੇ ਇਹ ਸ਼ਬਦ ਵਰਤਿਆ ਹੈ। ਸ੍ਰੀ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਸ਼ਟਪਦੀਆਂ ਵਿੱਚ ਸ਼ਹੀਦ ਸ਼ਬਦ ਦਾ ਜ਼ਿਕਰ ਇਸ ਪ੍ਰਕਾਰ ਕਰਦੇ ਹਨ: ਪੀਰ ਪੈਕਾਮਰ ਸਾਲਕ ਸਾਦਕ ਸੋਹਦੇ ਔਰ ਸ਼ਹੀਦ, ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ। ਭਾਈ ਗੁਰਦਾਸ ਜੀ ਆਪਣੀ ਤੀਜੀ ਵਾਰ ਦੀ 8ਵੀਂ ਪੌੜੀ ਵਿੱਚ ਸ਼ਹੀਦ ਬਾਰੇ, ਮੁਰੀਦ ਬਾਰੇ ਬਹੁਤ ਹੀ ਖੂਬਸੂਰਤ ਪਰਿਭਾਸ਼ਾ ਦਿੰਦੇ ਹਨ। ਭਾਈ ਸਾਹਿਬ ਫਰਮਾਉਂਦੇ ਹਨ ਕਿ ਜ਼ਿੰਦਗੀ ਵਿੱਚ ਮੁਰਦਾ ਹੋ ਕੇ ਹੀ ਮੁਰੀਦ ਬਣਿਆ ਜਾ ਸਕਦਾ ਹੈ। ਭਾਵ ਅੰਦਰੋਂ ਮੈਂ ਨੂੰ ਮਾਰ ਕੇ ਤੇ ਆਪਾ ਭਾਵ ਗਵਾ ਕੇ ਹੀ ਕੋਈ ਵਿਅਕਤੀ ਸੱਚਾ ਸਿੱਖ ਬਣ ਸਕਦਾ ਹੈ। ਕੇਵਲ ਗੱਲਾਂ ਨਾਲ ਹੀ ਚੇਲਾ ਨਹੀਂ ਬਣ ਸਕਦਾ। ਕੋਈ ਸਿੱਖ ਸਿਦਕਵਾਨ ਹੁੰਦਿਆਂ ਤਿਆਗ ਦੀ ਮੂਰਤ ਬਣ ਕੇ ਸੱਚੇ ਗੁਰੂ ਦੀ ਸੇਵਾ ਕਰਦਾ ਰਹੇ ਅਤੇ ਆਪਣਾ ਡਰ ਤੇ ਭਰਮ ਗਵਾ ਕੇ ਹੀ ਸ਼ਹੀਦ ਬਣ ਸਕਦਾ ਹੈ। ਉਹ ਆਪਣੇ ਗੁਰੂ ਦੀ ਟਹਿਲ ਮੁੱਲ ਖਰੀਦੇ ਗੁਲਾਮ ਵਾਂਗ ਕਰਦਾ ਰਹੇ ਤੇ ਮੱਥੇ ਵੱਟ ਨਾ ਪਾਵੇ। ਉਹ ਸੇਵਾ ਵਿੱਚ ਇਸ ਤਰ੍ਹਾਂ ਲੀਨ ਹੋ ਜਾਵੇ ਕਿ ਉਸ ਨੂੰ ਆਪਣੇ ਸਰੀਰ, ਭੁੱਖ, ਨੀਂਦ ਆਦਿ ਦੀ ਕੋਈ ਪਰਵਾਹ ਹੀ ਨਾ ਹੋਵੇ। ਉਹ ਗੰਭੀਰ ਹੋਵੇ ਤੇ ਦਰ ਦਾ ਦਰਵੇਸ਼ ਬਣ ਕੇ ਹੀ ਉਹ ਪ੍ਰੇਮ ਰਸ ਵਿੱਚ ਭਿੱਜੇਗਾ। ਅਜਿਹਾ ਸਿੱਖ ਸ਼ਹੀਦੀ ਪਰੰਪਰਾ ਨੂੰ ਅਪਣਾਉਂਦਾ ਹੈ ਤੇ ਫਿਰ ਈਦ ਦੇ ਚੰਨ ਵਾਂਗ ਵਧਾਈਆਂ ਦਾ ਪਾਤਰ ਬਣਦਾ ਹੈ ਤੇ ਪੁੰਨਿਆਂ ਦੇ ਚੰਨ ਵਾਂਗ ਪੂਰਨ ਹੋ ਜਾਂਦਾ ਹੈ। ਇੱਥੇ ਮੁਰੀਦ ਤੋਂ ਭਾਵ ਮੁਰਦੇ ਵਾਂਗ ਆਪਾ ਨਾ ਜਣਾਉਣ ਵਾਲਾ ਹੈ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨੌ ਸੁਭਾਗਾ ਅਤੇ ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਭਾਈ ਗੁਰਦਾਸ ਜੀ ਦਾ ਫਰਮਾਨ ਹੈ: ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਹਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਸ਼ਹੀਦ ਦੇ ਅਰਥ ਹਨ: ਸ਼ਹਾਦਤ ਦੇਣ ਵਾਲਾ, ਗਵਾਹ ਜਾਂ ਸਾਖੀ ਭਰਨ ਵਾਲਾ, ਅਜਿਹਾ ਕੰਮ ਕਰਨ ਵਾਲਾ ਜਿਸ ਦੀ ਕਿ ਲੋਕ ਸਾਖੀ ਦੇਣ। ਤੀਜਾ ਅਰਥ ਉਹਨਾਂ ਨੇ ਸ਼ਹੀਦ ਦਾ ਇਹ ਕੀਤਾ ਹੈ ਕਿ ਧਰਮ ਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ। ਆਪਣੇ ਸਰੀਰ ਦਾ ਠੀਕਰਾ ਇਸ ਦੁਨੀਆ ਵਿੱਚ ਧਰਮ ਅਰਥ ਭੰਨ ਕੇ ਰੱਬ ਦੀ ਦਰਗਾਹ ਵਿੱਚ ਜਾ ਕੇ ਗਵਾਹੀ ਦੇਣਾ ਸ਼ਹਾਦਤ ਹੈ। ਸਿੱਖਾਂ ਨੇ ਹਮੇਸ਼ਾ ਹੀ ਗਰੀਬ ਗੁਰਬੇ ਤੇ ਲੋੜਵੰਦ ਦੀ ਡਟ ਕੇ ਮਦਦ ਕੀਤੀ ਹੈ ਤੇ ਦੂਜਿਆਂ ਦੀ ਖੁਸ਼ਹਾਲੀ ਲਈ ਆਪਣੀਆਂ ਜਾਨਾਂ ਤੱਕ ਦਿੱਤੀਆਂ ਹਨ। ਸਿੱਖ ਧਰਮ ਵਿੱਚ ਸ਼ਹੀਦ ਦਾ ਦਰਜਾ ਅਤ ਉੱਚਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹਨ। ਗੁਰੂ ਜੀ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ, ਪਰ ਮੁਗਲੀਆ ਸਲਤਨਤ ਗੁਰੂ ਜੀ ਦੇ ਵੱਧਦੇ ਹੋਏ ਸਿੱਖ ਪੰਥ ਨੂੰ ਵੇਖ ਕੇ ਵੈਰ ਰੱਖਦੀ ਸੀ। ਆਪ ਜੀ ਨੂੰ ਲਾਹੌਰ ਵਿਖੇ ਤੱਤੀ ਤਵੀ ਤੇ ਬਿਠਾ ਕੇ ਅਤੇ ਸਿਰ ਤੇ ਗਰਮ ਰੇਤ ਪਾ ਕੇ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਹਨਾਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਪੋਤਰੇ 9ਵੇਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਤੋਂ ਬਾਅਦ ਤਾਂ ਸ਼ਹੀਦੀਆਂ ਦਾ ਹੜ੍ਹ ਆ ਗਿਆ। ਮਾਤਾ ਗੁਜਰੀ ਜੀ, 4 ਸਾਹਿਬਜ਼ਾਦੇ, 3 ਪਿਆਰੇ, 40 ਮੁਕਤੇ ਅਤੇ ਹੋਰ ਅਨੇਕਾਂ ਹੀ ਸ਼ਹੀਦ ਹੋਏ ਹਨ। ਅਰਦਾਸ ਦਾ ਤੀਸਰਾ ਪਹਿਰਾ
ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਹੀ ਜ਼ਿਕਰ ਕਰਦਾ ਹੈ। ਗੁਰੂ ਸਾਹਿਬਾਨ ਵੱਲੋਂ ਪਾਏ ਪੂਰਨਿਆਂ ਤੇ ਚੱਲਦਿਆਂ ਅਨੇਕਾਂ ਹੀ ਸਿੰਘ ਸੂਰਮਿਆਂ ਨੇ ਦੇਸ਼ ਅਤੇ ਕੌਮ ਲਈ ਸ਼ਹੀਦੀਆਂ ਦਿੱਤੀਆਂ ਹਨ। ਅਸੀਂ ਇੱਕ 25 ਕੁ ਸਾਲ ਦੀ ਉਮਰ ਵਿੱਚ ਸ਼ਹੀਦੀ ਜਾਮ ਪੀਣ ਵਾਲੇ ਮਹਾਨ ਗੁਰਸਿੱਖ ਬਾਰੇ ਜ਼ਿਕਰ ਕਰਾਂਗੇ। ਭਾਈ ਤਾਰੂ ਸਿੰਘ ਜੀ ਦਾ ਜਨਮ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਪੱਟੀ ਤਹਿਸੀਲ ਦੇ ਪਿੰਡ ਪੂਲਾ ਵਿਖੇ ਸੰਧੂ ਖਾਨਦਾਨ ਵਿੱਚ ਭਾਈ ਜੋਧ ਸਿੰਘ ਦੇ ਘਰ ਮਾਤਾ ਧਰਮ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਦੀ ਇੱਕ ਭੈਣ ਤਾਰ ਕੌਰ ਵੀ ਸੀ। ਭਾਈ ਤਾਰੂ ਸਿੰਘ ਜੀ ਗੁਰਬਾਣੀ ਦੇ ਰਸੀਏ, ਨਿਤਨੇਮੀ ਤੇ ਭਜਨੀਕ ਹੋਣ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਨੂੰ ਵੀ ਜ਼ਿੰਦਗੀ ਵਿੱਚ ਅਪਣਾਏ ਹੋਏ ਸਨ। ਲੋੜਵੰਦ ਦੀ ਸੇਵਾ ਕਰਨਾ ਤੇ ਆਏ ਗਏ ਨੂੰ ਭੋਜਨ ਛਕਾਉਣਾ ਆਪ ਜੀ ਦੀ ਆਦਤ ਸੀ। ਆਪ ਭਾਵੇਂ ਇੰਨੇ ਜ਼ਿਆਦਾ ਅਮੀਰ ਨਹੀਂ ਸਨ, ਪਰ ਸੱਚੀ ਸੁੱਚੀ ਕਿਰਤ ਕਰਦੇ ਹੋਏ ਲੋਕਾਈ ਦੀ ਸੇਵਾ ਕਰਕੇ ਖੁਸ਼ ਸਨ। ਆਪ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕੀਤਾ ਸੀ। ਭਾਈ ਤਾਰੂ ਸਿੰਘ ਜੀ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਦੇਖਦਿਆਂ ਜੰਡਿਆਲਾ ਨਿਵਾਸੀ ਅਕਿਲ ਦਾਸ, ਜਿਸ ਨੂੰ ਕਿ ਹਰਭਗਤ ਨਿਰੰਜਨੀਆ ਮਹੰਤ ਵੀ ਕਿਹਾ ਜਾਂਦਾ ਸੀ, ਨੂੰ ਬਹੁਤ ਹੀ ਤਕਲੀਫ ਵਿੱਚ ਸੀ। ਭਾਈ ਤਾਰੂ ਸਿੰਘ ਅਤੇ ਉਹਨਾਂ ਦੀ ਭੈਣ ਬੀਬੀ ਤਾਰ ਕੌਰ ਸਿੰਘਾਂ ਨੂੰ ਜੰਗਲ ਵਿੱਚ ਜਾ ਕੇ ਭੋਜਨ ਖਵਾਇਆ ਕਰਦੇ ਸਨ। ਨਿਰੰਜਨੀਏ ਮਹੰਤ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਤੇ ਉਸਨੇ ਭਾਈ ਸਾਹਿਬ ਜੀ ਦੀ ਝੂਠੀ ਸ਼ਿਕਾਇਤ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਕੋਲ ਕਰ ਦਿੱਤੀ। ਜ਼ਕਰੀਆ ਖਾਨ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਆਂਦਾ ਗਿਆ। ਭਾਈ ਸਾਹਿਬ ਤੇ ਇਸਲਾਮ ਧਰਮ ਕਬੂਲ ਕਰਨ ਲਈ ਜ਼ੋਰ ਪਾਇਆ ਗਿਆ, ਪਰ ਭਾਈ ਸਾਹਿਬ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਜ਼ਕਰੀਆ ਖਾਨ ਨੇ ਕਈ ਤਰ੍ਹਾਂ ਆਪ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਆਪ ਜੀ ਨੇ ਆਪਣਾ ਧਰਮ ਕਿਸੇ ਵੀ ਤਰ੍ਹਾਂ ਤਿਆਗਣਾ ਸਵੀਕਾਰ ਨਾ ਕੀਤਾ, ਸਗੋਂ ਇਹ ਪੁੱਛਿਆ ਕਿ ਜੇ ਮੈਂ ਮੁਸਲਿਮ ਧਰਮ ਵਿੱਚ ਆ ਜਾਵਾਂਗਾ ਤਾਂ ਕੀ ਮੈਂ ਕਦੇ ਮਰਾਂਗਾ ਨਹੀਂ। ਅਖੀਰ ਗੁੱਸੇ ਵਿੱਚ ਆ ਕੇ ਨਵਾਬ ਨੇ ਭਾਈ ਸਾਹਿਬ ਜੀ ਦੇ ਸਿਰ ਦੇ ਕੇਸ ਕਤਲ ਕਰਾਉਣ ਦਾ ਹੁਕਮ ਜਾਰੀ ਕਰ ਦਿੱਤਾ। ਭਾਈ ਸਾਹਿਬ ਜੀ ਨੇ ਕਿਹਾ ਕਿ ਤੂੰ ਸਣੇ ਕੇਸਾਂ ਦੇ ਖੋਪਰੀ ਲਾ ਕੇ ਆਪਣਾ ਚਾਅ ਉਤਾਰ ਲੈ। ਨਵਾਬ ਨੇ ਜਲਾਦ ਨੂੰ ਹੁਕਮ ਕੀਤਾ ਕਿ ਇਸ ਸਿੱਖ ਦੀ ਖੋਪਰੀ ਕੇਸਾਂ ਸਮੇਤ ਉਤਾਰ ਕੇ ਮੇਰੇ ਪੈਰਾਂ ਵਿੱਚ ਧਰ ਦੇ। ਮੈਂ ਇਸ ਸਿੱਖ ਨੂੰ ਜੁੱਤੀ ਦੀ ਨੋਕ ਤੇ ਪ੍ਰਲੋਕ ਭੇਜਣਾ ਹੈ। ਭਾਈ ਤਾਰੂ ਜੀ ਦੇ ਮੂੰਹੋਂ ਸਹਿਜ ਭਾਵ ਨਾਲ ਇਹ ਸ਼ਬਦ ਨਿਕਲੇ ਕਿ ਜ਼ਕਰੀਆ ਖਾਨ, ਤੂੰ ਕਰਤਾਰ ਦੇ ਰੰਗ ਵੇਖਦਾ ਜਾ। ਉਧਰ ਜਲਾਦ ਨੇ ਭਾਈ ਸਾਹਿਬ ਜੀ ਦੀ ਖੋਪਰੀ ਉਤਾਰ ਦਿੱਤੀ, ਪਰ ਆਪ ਜੀ ਫਿਰ ਵੀ ਜ਼ਿੰਦਾ ਰਹੇ। ਇਤਿਹਾਸ ਦੱਸਦਾ ਹੈ ਕਿ ਭਾਈ ਤਾਰੂ ਸਿੰਘ ਜੀ ਖੋਪਰੀ ਉਤਾਰਨ ਤੋਂ 22 ਦਿਨ ਬਾਅਦ ਤੱਕ ਵੀ ਜ਼ਿੰਦਾ ਰਹੇ। ਖੋਪਰੀ ਉਤਾਰਨ ਤੋਂ 22 ਦਿਨਾਂ ਮਗਰੋਂ 1 ਜੁਲਾਈ 1745 ਈਸਵੀ ਨੂੰ ਭਾਈ ਤਾਰੂ ਸਿੰਘ ਜੀ ਨੇ ਵੀ ਪ੍ਰਾਣ ਤਿਆਗ ਕੇ ਸ਼ਹੀਦੀ ਪਰੰਪਰਾ ਨੂੰ ਨਵਾਂ ਰੂਪ ਦੇ ਦਿੱਤਾ। ਭਾਈ ਤਾਰੂ ਜੀ ਦਾ ਸ਼ਹੀਦਗੰਜ ਲਾਹੌਰ ਵਿਖੇ ਦਿੱਲੀ ਦਰਵਾਜ਼ੇ ਦੇ ਕੋਲ ਸਥਿਤ ਹੈ। ਸਾਬਰ ਸਿਦਕ ਸ਼ਹੀਦ ਪਰਮ ਭਾਉ ਖੋਵਣਾ। ਇਹ ਵਾਰਤਾ ਸੁਣਾ ਰਹੇ ਸਨ ਗੁਰਪ੍ਰੀਤ ਸਿੰਘ ਨਿਆਮੀਆਂ। ਸ਼ਹਾਦਤ ਨੂੰ ਸਿਰ ਮੱਥੇ ਕਬੂਲ ਕਰਨਾ ਇਹ ਸੂਰਬੀਰਾਂ ਦਾ ਕਾਰਜ ਹੈ। ਗੁਰਬਾਣੀ ਵਿੱਚ ਸੂਰਬੀਰ ਜਾਂ ਸੂਰਮਾ ਉਸ ਨੂੰ ਬਿਆਨ ਕੀਤਾ ਗਿਆ ਹੈ ਜਿਸ ਨੇ ਆਪਣੇ ਅੰਤਰ ਆਤਮਾ ਨੂੰ ਉਸ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਐਸੇ ਪ੍ਰਾਣੀ ਆਪਣੇ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਕੇ, ਆਪਣੇ ਮਨ ਨੂੰ ਜਿੱਤ ਕੇ ਕੁੱਲ ਸ੍ਰਿਸ਼ਟੀ ਤੇ ਜਿੱਤ ਹਾਸਲ ਕਰ ਲੈਂਦੇ ਨੇ। ਜਾਕਉ ਹਰ ਰੰਗ ਲਾਗੂ ਇਸ ਜੁਗ ਮਹਿ, ਸੋ ਕਹੀਤ ਹੈ ਸੂਰਾ। ਆਤਮ ਜਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਸਰਵਣ ਕਰਦੇ ਹਾਂ ਭਾਈ ਓਂਕਾਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। लाखों इस जुग में सो कहियत है सूरा, सो कहियत है सूरा, सो कहियत है सूरा, सो कहियत है सूरा। आत्म जिणे सगल वसता के, जाका सतगुर पूरा, जाका सतगुर पूरा। जाको हर रंग लागो इस जुग में,
शरणी पावन नाम ध्यावन सहज समावन संग सहज समावन संग जाको हर रंग लागो इस जुग में जाको हर रंग लागो इस जुग में सुकहियत है सूरा सुकहियत है सूरा जन के चरण बस मेरे हियरे संग पुनीता देही संग पुनीता देही जन की धूर देहो कृपा निध जन की धूर देहो कृपा निध नानक कै सुख एही नानक कै सुख एही जाको हर रंग लागो इस जुग में जाको हर रंग लागो इस जुग में सुकहियत है सूरा सुकहियत है सूरा आत्म जीणे सगल वसता के आत्म जीणे सगल वसता के जाका सतगुर पूरा जाका सतगुर पूरा जाको हर रंग लागो इस जुग में जाको हर रंग लागो इस जुग में सुकहियत है सूरा जाकाओ हर रंग लागू इस जुग में है सो कहियत है सूरा आत्म जणै सगल वस ताकै जाका सतगुर पूरा। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਓਂਕਾਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ। ਸੁਣ